ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਗੂ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ ਡਾਕਟਰ ਸਾਹਿਬ, 13 ਦੇ ਵਿੱਚ ਜਨਮੀ ਆਮ ਆਦਮੀ ਪਾਰਟੀ, ਜਿਹਦੇ ਨੈਸ਼ਨਲ ਕਨਵੀਨਰ ਤੇ ਸਾਰੀ ਪਾਰਟੀ ਦੇ ਕਰਤਾ ਧਰਤਾ ਨੇ ਅਰਵਿੰਦ ਕੇਜਰੀਵਾਲ, ਜਿਨ੍ਹਾਂ ਦਾ ਇੱਕ ਸੁਪਨਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ। ਜੀ। ਤੇ ਸੂਬਿਆਂ ਦੇ ਵਿੱਚ ਚਾਰਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਸੀ। ਆਮ ਆਦਮੀ ਪਾਰਟੀ ਨੇ ਕਈ ਥਾਈਂ ਪਾਰਟੀਸਪੇਟ ਕੀਤਾ, ਖਾਤਾ ਵੀ ਨਹੀਂ ਖੁੱਲਿਆ। ਦੂਜੇ ਪਾਸੇ ਕਾਂਗਰਸ ਬੈਕਫੁੱਟ ਦੇ ਉੱਪਰ ਚਲੀ ਗਈ ਤੇ ਨਾਲੋਂ ਨਾਲ ਬੀਜੇਪੀ ਅੱਗੇ ਵੱਧਦੀ ਹੋਈ ਨਜ਼ਰ ਆਈ। ਇੱਕ ਇੰਡੀਆ ਨਾਮ ਦਾ ਗਰੁੱਪ ਬਣਿਆ ਹੋਇਆ। ਇਸ ਇਲੈਕਸ਼ਨ ਤੋਂ ਬਾਅਦ ਕੀ ਮਿਲ ਕੇ ਚੱਲ ਪਾਉਣਗੇ? ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ? ਕਿਵੇਂ ਵੇਖਿਆ ਸਾਰਾ ਮਾਮਲਾ ਜੀ ਡਾਕਟਰ ਸਾਹਿਬ? ਜੀ ਦੇਖੋ, ਜਿੱਥੋਂ ਤੱਕ ਬੀਜੇਪੀ ਦੀ ਜਿੱਤ ਦਾ ਸਵਾਲ ਹੈ, ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿੱਥੇ ਜਿੱਥੇ ਕਾਂਗਰਸ ਪਾਰਟੀ ਦੀ ਸੱਤਾ ਸੀਗੀ, ਚਾਹੇ ਉਹ ਰਾਜਸਥਾਨ ਸੀ, ਚਾਹੇ ਛੱਤੀਸਗੜ੍ਹ ਜਾਂ ਬਾਕੀ, ਉੱਥੇ ਕਾਂਗਰਸ ਦੀ ਫੇਲੀਅਰ ਇੰਨੀ ਸੀ, ਯਾਨੀ ਕਿ ਉਹਨਾਂ ਦਾ ਜਿਹੜਾ ਪਿਛਲੇ 5 ਸਾਲਾਂ ਦਾ ਦੌਰ ਰਿਹਾ ਹੈ, ਉਹ ਬਹੁਤਾ ਲੋਕਾਂ ਦੀ ਪਸੰਦ ਦਾ ਦੌਰ ਨਹੀਂ ਸੀਗਾ। ਲੋਕ ਉੱਥੋਂ ਉਕਤਾ ਚੁੱਕੇ ਸੀਗੇ, ਜਿਹਦਾ ਫਾਇਦਾ ਬੀਜੇਪੀ ਨੂੰ ਮਿਲਿਆ। ਸੋ ਕਿਉਂਕਿ ਬੀਜੇਪੀ ਉੱਥੇ ਲਗਾਤਾਰ ਕੋਸ਼ਿਸ਼ ਕਰ ਰਹੀ ਸੀ, ਵਿਰੋਧੀ ਧਿਰਾਂ ਦੇ ਵਿੱਚ ਰਹੀ ਆ ਹੁਣ ਤੱਕ, ਸੋ ਉਹਨੂੰ ਫਾਇਦਾ ਉਹਦਾ ਹੋਇਆ। ਸੋ ਬੀਜੇਪੀ ਦਾ ਵੱਡਾ ਕਾਰਨ ਜਿੱਤ ਦਾ ਇਹੀ ਸੀ। ਦੂਜਾ ਜਿੱਤ ਦਾ ਇੱਕ ਕਾਰਨ ਇਹ ਵੀ ਲੱਗਦਾ ਹੈ ਲੋਕਾਂ ਨੂੰ ਕਿ ਸੈਂਟਰ ਦੇ ਵਿੱਚ ਬੀਜੇਪੀ ਹੋਣ ਕਰਕੇ ਕਿ ਸ਼ਾਇਦ ਸਟੇਟਾਂ ਨੂੰ ਉਹਦਾ ਫਾਇਦਾ ਹੋਏਗਾ। ਸੋ ਇੱਕ ਕਿਤੇ ਨਾ ਕਿਤੇ ਲੋਕਾਂ ਦੇ ਅਵਚੇਤਨ ਦੇ ਵਿੱਚ ਇਹ ਗੱਲ ਵੀ ਪਈ ਸੀਗੀ। ਸੋ ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਆਮ ਆਦਮੀ ਪਾਰਟੀ ਦਾ ਕੀ ਉੱਥੇ ਫਿਊਚਰ ਲੱਗ ਰਿਹਾ ਹੈ, ਕੋਈ ਵੀ ਪਾਰਟੀ ਹੁੰਦੀ ਹੈ ਪੰਗੂ ਸਾਹਿਬ, ਉਹਨੂੰ ਹਰ ਜਿਵੇਂ ਮੈਂ ਇੱਕ ਸ਼ੇਰ ਮੈਨੂੰ ਨਿਦਾ ਫਾਜ਼ਲੀ ਦਾ ਯਾਦ ਆਉਂਦਾ ਹੈ ਕਿ ਨਏ परिंदों को उड़ने में वक्त तो लगता है। ਸੋ ਵਕਤ ਲੱਗ ਰਿਹਾ ਕਿਉਂਕਿ ਨਵੀਂ ਪਾਰਟੀ ਹੈ ਆਮ ਆਦਮੀ ਪਾਰਟੀ, ਜਿਵੇਂ ਤੁਸੀਂ ਕਿਹਾ ਇਹਨਾਂ ਸਟੇਟਾਂ ਦੇ ਵਿੱਚ ਤਾਂ ਬਿਲਕੁਲ ਇੱਕ ਨਵੇਂ ਸਿਰੇ ਤੋਂ ਸ਼ੁਰੂ ਤੋਂ ਕਾਰਵਾਈ ਕੀਤੀ ਸੀਗੀ। ਇਸ ਕਰਕੇ ਬਹੁਤ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਫਿਲਹਾਲ ਉਹਨਾਂ ਦੀ ਵੋਟ ਪ੍ਰਤੀਸ਼ਤ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਉੱਥੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇੱਕ ਸਟਰਕਚਰ ਖੜਾ ਹੁੰਦਾ ਹੈ, ਜਥੇਬੰਦਕ ਢਾਂਚਾ ਉਹਨਾਂ ਦਾ ਬਣਦਾ ਹੈ, ਤਾਂ ਲਾਜ਼ਮੀ ਤੌਰ ਤੇ ਫਿਊਚਰ ਦੇ ਵਿੱਚ ਫਾਇਦਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ। ਕਿਉਂਕਿ ਲੋਕ ਜਿਹੜੇ ਨੇ, ਤੁਸੀਂ ਦੇਖੋਗੇ ਕਿ ਜਿਹੜੀਆਂ ਵੱਡੀਆਂ ਸਟੇਟਾਂ ਨੇ ਜਾਂ ਬਾਕੀ ਸਟੇਟਾਂ ਨੇ, ਉੱਥੋਂ ਹੌਲੀ ਹੌਲੀ ਲੋਕਾਂ ਦਾ ਕਾਂਗਰਸ ਬੀਜੇਪੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਤੀਸਰਾ ਬਦਲ ਮਿਲ ਰਿਹਾ ਹੈ, ਤਾਂ ਉਹਨਾਂ ਸਟੇਟਾਂ ਦੇ ਵਿੱਚ ਲੋਕ ਜਿਹੜੇ ਨੇ, ਚਾਹੇ ਉਹ ਤੀਸਰੇ ਬਦਲ ਵੱਲ ਜਾਣ, ਚਾਹੇ ਜਿਹੜੀਆਂ ਉੱਥੋਂ ਦੀਆਂ ਰੀਜਨਲ ਪਾਰਟੀਆਂ ਨੇ ਵੱਖ-ਵੱਖ ਸਟੇਟਾਂ ਦੀਆਂ, ਉਹ ਉਹਨਾਂ ਵੱਲ ਲੋਕ ਜਿਹੜੇ ਨੇ ਉਹ ਝੁਕ ਰਹੇ ਨੇ। ਸੋ ਇਸ ਕਰਕੇ ਉਮੀਦ ਹੈ ਕਿ ਭਵਿੱਖ ਦੇ ਵਿੱਚ ਆਮ ਆਦਮੀ ਪਾਰਟੀ ਨੂੰ, ਜੇਕਰ ਉਹ ਲਗਾਤਾਰ ਉੱਥੇ ਆਪਣੀ ਹੋਂਦ ਬਣਾਈ ਰੱਖਦੀ ਹੈ, ਆਪਣਾ ਸਟਰਕਚਰ ਡਿਵੈਲਪ ਕਰਦੀ ਹੈ, ਆਪਣਾ ਜਥੇਬੰਦਕ ਢਾਂਚਾ ਲੈ ਕੇ ਆਉਂਦੀ ਹੈ, ਆਪਣੇ ਨਾਲ ਇਮਾਨਦਾਰ ਔਰ ਚੰਗੇ ਲੋਕ ਨਾਲ ਰੱਖਦੀ ਹੈ, ਲੋਕਾਂ ਨੂੰ ਅੱਗੇ ਲੈ ਕੇ ਆਏਗੀ, ਤਾਂ ਫਾਇਦਾ ਫਿਊਚਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੋ ਸਕਦਾ ਹੈ। ਤੀਸਰਾ ਸਵਾਲ ਜਿਹੜਾ ਤੁਹਾਡਾ ਸੀ ਇੰਡੀਆ ਬਾਰੇ, ਇੰਡੀਆ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੰਡੀਆ ਜਿਹੜਾ ਬਣਿਆ ਹੈ ਉਹ 26 ਪਾਰਟੀਆਂ ਦਾ ਸਿਰਫ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਬਣਿਆ ਸੀਗਾ। ਸੋ ਇਸ ਕਰਕੇ, ਕਿਉਂਕਿ ਹੁਣ ਅਗਲੀਆਂ ਚੋਣਾਂ ਲੋਕ ਸਭਾ ਦੀਆਂ ਹੋਣੀਆਂ ਨੇ, ਸੋ ਇਸ ਕਰਕੇ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਇਹ ਸਾਰੀਆਂ ਪਾਰਟੀ ਦੀਆਂ ਜਿਹੜੀਆਂ 26 ਦੀਆਂ 26 ਇਕੱਠੀਆਂ ਹੋਈਆਂ ਨੇ ਬੀਜੇਪੀ ਦੇ ਖਿਲਾਫ ਜਾਂ ਦੂਸਰੀ ਇਸ ਵੇਲੇ ਸਰਕਾਰ ਦੇ ਖਿਲਾਫ, ਤਾਂ ਇਹਨੂੰ ਫਾਇਦਾ ਤਾਂ ਹੀ ਮਿਲੇਗਾ ਜੇਕਰ ਇਹ ਇਕੱਠੀਆਂ ਰਹਿ ਕੇ ਇੱਕ ਏਜੰਡੇ ਦੇ, ਖਾਸ ਤੌਰ ਤੇ ਕਾਮਨ ਮਿਨੀਮਮ ਪ੍ਰੋਗਰਾਮ ਨੂੰ ਲੈ ਕੇ ਚਲਦੀਆਂ ਨੇ। ਔਰ ਪੂਰੀ ਉਮੀਦ ਹੈ ਕਿ ਇਹਨਾਂ ਚੋਂ ਪਾਰਟੀਆਂ ਜਿਹੜੀਆਂ ਨੇ ਉਹ ਜ਼ਰੂਰ ਇਕੱਠੀਆਂ ਹੋਣਗੀਆਂ, ਔਰ ਜੇਕਰ ਇਕੱਠੀਆਂ ਰਹਿੰਦੀਆਂ ਨੇ ਤਾਂ ਜਿੱਤ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਪਈਆਂ ਨੇ ਪੰਗੂ ਸਾਹਿਬ, ਕਿ ਇਹਨਾਂ ਨੂੰ ਜੇਕਰ ਇਕੱਠੀਆਂ ਰਹਿ ਜਾਂਦੀਆਂ ਨੇ ਤਾਂ ਕੋਈ ਵੀ ਪਾਰਟੀ ਜਿਹੜੀ ਹੈਗੀ ਹੈ ਇਹਨਾਂ ਨੂੰ ਹਰਾਉਣਾ ਮੁਸ਼ਕਲ ਹੈ। ਸੋ ਉਮੀਦ ਹੈ ਕਿ ਲੋਕ ਸਭਾ ਦੇ ਵਿੱਚ ਬੀਜੇਪੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਗੂ ਸਾਹਿਬ। ਜੀ ਡਾਕਟਰ ਸਾਹਿਬ, ਜਦੋਂ ਲੋਕ ਸਭਾ ਚੋਣਾਂ ਕਹਿੰਦੇ ਕਿ ਅਸੀਂ ਇਕੱਠੇ ਲੜਾਂਗੇ, ਤਾਂ ਫਿਰ ਵਿਧਾਨ ਸਭਾ ਚੋਣਾਂ ਕਿਉਂ ਨਹੀਂ ਲੜਦੇ ਇਕੱਠੇ? ਦੇਖੋ, ਜਿਹੜੀ ਪੋਲਿਟਿਕਸ ਹੁੰਦੀ ਹੈ ਨਾ, ਪੋਲਿਟਿਕਸ ਦੇ ਵਿੱਚ ਤੁਹਾਨੂੰ ਸਮਝੌਤੇ ਕਰਨੇ ਪੈਂਦੇ ਨੇ,
ਚਾਹੇ ਕੋਈ ਵੀ ਦੁਨੀਆ ਦੇ ਵਿੱਚ ਕੋਈ ਪਾਰਟੀ ਐਸੀ ਨਹੀਂ ਹੈ ਜਿਨੇ ਕਦੇ ਨਾ ਸਮਝੌਤਾ ਕੀਤਾ ਹੋਵੇ ਲੋੜ ਪੈਣ ਦੇ ਉੱਤੇ। ਔਰ ਇਹ ਜਿਹੜਾ ਗੱਠਜੋੜ ਬਣਿਆ ਸੀਗਾ, ਇਹ ਬੁਨਿਆਦੀ ਤੌਰ ਤੇ ਲੋਕ ਸਭਾ ਨੂੰ ਹੀ ਲੈ ਕੇ ਬਣਿਆ ਸੀਗਾ। ਇਹਦੇ ਵਿੱਚ ਵਿਧਾਨ ਸਭਾਵਾਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਵਿਧਾਨ ਸਭਾਵਾਂ ਜਾਂ ਜਿਹੜੀਆਂ MNC ਜਿਹੜੀਆਂ ਜਾਂ MC ਦੀਆਂ ਜਿਹੜੀਆਂ ਵੋਟਾਂ ਪੈਂਦੀਆਂ ਨੇ, ਜਾਂ ਪੰਚਾਇਤਾਂ ਦੀਆਂ ਵੋਟਾਂ ਪੈਂਦੀਆਂ ਨੇ, ਜਾਂ ਗ੍ਰਾਮ ਸਭਾਵਾਂ ਦੀਆਂ ਵੋਟਾਂ ਪੈਂਦੀਆਂ ਨੇ, ਉਹਨਾਂ ਵਾਸਤੇ ਇਹ ਗੱਠਜੋੜ ਨਹੀਂ ਸੀਗਾ। ਇਹ ਗੱਠਜੋੜ ਸਿਰਫ ਤੇ ਸਿਰਫ ਲੋਕ ਸਭਾ ਜਿਹੜੀਆਂ 24 ਦੀਆਂ ਚੋਣਾਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਣਾਇਆ ਗਿਆ ਸੀਗਾ। ਸੋ ਇਸ ਕਰਕੇ ਆਪਾਂ ਇਹ ਨਹੀਂ ਤਵੱਕੋ ਕਰ ਸਕਦੇ ਵੀ ਤੁਸੀਂ ਵਿਧਾਨ ਸਭਾ ਇਕੱਠੀਆਂ ਕਿਉਂ ਨਹੀਂ ਲੜੀਆਂ, ਜਾਂ ਤੁਸੀਂ ਹੁਣ MC ਦੀਆਂ ਚੋਣਾਂ ਹੋਣਗੀਆਂ, ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ, ਉਹ ਇੰਡੀਆ ਦਾ ਗੱਠਜੋੜ ਇੱਥੇ ਕਿਉਂ ਨਹੀਂ ਲਾਗੂ ਹੁੰਦਾ। ਇਹ ਗੱਠਜੋੜ ਉਹਨਾਂ ਵਾਸਤੇ ਬਣਿਆ ਨਹੀਂ ਹੈ। ਸੋ ਇਸ ਕਰਕੇ ਇਹ ਸਿਰਫ ਏਜੰਡਾ ਕੀ ਹੈ ਇਸ ਗੱਠਜੋੜ ਦਾ ਕਿ BJP ਨੂੰ ਸੱਤਾ ਤੋਂ ਪਰੇ ਕਰਨਾ। ਔਰ ਸੱਤਾ ਤੋਂ ਪਰੇ ਕਰਨ ਦਾ ਉਹਨਾਂ ਦਾ ਮਤਲਬ ਕੀ ਹੈ ਕਿ ਜੇਕਰ BJP ਤੀਸਰੀ ਵਾਰ ਜਿੱਤਦੀ ਹੈ ਲੋਕ ਸਭਾ ਦੀਆਂ ਚੋਣਾਂ, ਤਾਂ ਇਹਦੇ ਨਾਲ ਜਿੱਥੇ ਸੰਵਿਧਾਨ ਨੂੰ ਖਤਰਾ ਹੈ, ਉੱਥੇ ਜਿਹੜਾ ਆਪਸੀ ਭਾਈਚਾਰਾ ਹੈ ਇੰਡੀਆ ਦਾ ਜਾਂ ਲੋਕਾਂ ਦਾ, ਔਰ ਜਿਹੜਾ BJP ਆਪਾਂ ਸਾਰੇ ਜਾਣਦੇ ਆ ਕਿ ਹਿੰਦੂ ਮੁਸਲਿਮ ਕਰਕੇ ਵੋਟ ਪੋਲਰਾਈਜੇਸ਼ਨ ਕਰਦੀ ਹੈ, ਔਰ ਜਿਹਦਾ ਬਹੁਤ ਜ਼ਿਆਦਾ ਨੁਕਸਾਨ ਆਪਸੀ ਭਾਈਚਾਰੇ ਨੂੰ, ਜਿਹੜਾ ਸਾਡਾ ਇੱਕ ਹਿੰਦੁਸਤਾਨ ਦਾ ਗੁਲਦਸਤਾ ਹੈ ਜਿਹਦੇ ਵਿੱਚ ਵੱਖ-ਵੱਖ ਧਰਮ ਨੇ, ਵੱਖ-ਵੱਖ ਭਾਸ਼ਾਵਾਂ ਨੇ, ਵੱਖ-ਵੱਖ ਇਲਾਕੇ ਨੇ, ਔਰ ਉਹਦੇ 'ਚ ਜਿਹੜੀ ਵੱਖਰਤਾ ਨੂੰ ਖਤਮ ਕਰਨ ਦੀ ਜਿਹੜਾ ਏਜੰਡਾ ਹੈ BJP ਦਾ, ਔਰ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਸੰਵਿਧਾਨ, ਇੱਕ ਜਿਹੜਾ ਹੈਗਾ ਉਹਨੂੰ ਯਾਨੀ ਕਿ ਇੱਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਨਾਲ ਇੱਕ ਖਤਰੇ ਦੀ ਘੰਟੀ ਜਿਹੜੀ ਇੰਡੀਆ ਦਾ ਜਿਹੜਾ ਗੱਠਜੋੜ ਹੈ ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਕਹਿੰਦਾ ਹੈ ਕਿ ਅਸੀਂ ਬਚਾਉਣਾ ਹੈ, ਇੰਡੀਆ ਦੇ ਭਾਈਚਾਰੇ ਨੂੰ ਬਚਾਉਣਾ ਹੈ, ਸੰਵਿਧਾਨ ਨੂੰ ਬਚਾਉਣਾ ਹੈ, ਔਰ ਇਹਦੀ ਜਿਹੜੀ ਰਹਿਤਲ ਹੈ, ਜਿਹੜੀ ਸੱਭਿਆਚਾਰਕ ਰਹਿਤਲ ਹੈ, ਉਹਨੂੰ ਬਚਾਉਣਾ ਹੈ। ਸੋ ਉਹ ਸਾਰੀ ਚੀਜ਼ ਨੂੰ ਹੀ ਮੱਦੇ ਨਜ਼ਰ ਰੱਖਿਆ ਗਿਆ ਹੈ ਔਰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਇਆ ਗਿਆ ਹੈ। ਔਰ ਉਸ ਕਾਮਨ ਮਿਨੀਮਮ ਪ੍ਰੋਗਰਾਮ ਦਾ ਮਤਲਬ ਇਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਇਕੱਠੇ ਹੋ ਕੇ ਲੜੀਆਂ ਜਾਣ, ਬਾਕੀ ਜਿਹੜੀਆਂ ਚੋਣਾਂ ਨੇ ਉਹ ਵੱਖਰੀਆਂ ਵੱਖਰੀਆਂ ਹੀ ਲੜੀਆਂ ਜਾਣਗੀਆਂ। ਭੰਗੂ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਆਖਰ ਕਿਵੇਂ ਤੁਸੀਂ 24 ਦਾ ਜਿਹੜਾ ਫਿਊਚਰ ਹੈ ਉਹ ਦੇਖਦੇ ਹੋ? ਕਿਉਂਕਿ BJP ਜਿਸ ਤਰੀਕੇ ਦੇ ਨਾਲ ਅੱਗੇ ਵਧ ਰਹੀ ਆ, ਕਾਂਗਰਸ ਦਾ ਭਾਰਤ ਜੋੜੋ ਯਾਤਰਾ ਤੋਂ ਬਾਅਦ ਇਲੈਕਸ਼ਨਾਂ ਇਹ ਇੱਕ ਵੱਡੀਆਂ ਉਹਨਾਂ ਦਾ, ਜਾਂ ਇਲੈਕਸ਼ਨਾਂ ਕਹਿ ਲਓ ਜਾਂ ਇਮਤਿਹਾਨ ਕਹਿ ਲਓ ਕਾਂਗਰਸ ਦਾ ਸੀ, ਕਿ ਇਮਤਿਹਾਨ ਸੀ ਇਹ। ਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਇੱਕ ਵੱਡੀਆਂ ਚੋਣਾਂ ਸੀ ਜਿਹਦੇ 'ਚ BJP ਦਾ ਰੱਥ ਜੇਤੂ ਰਿਹਾ, ਨੋ ਡਾਊਟ ਹੈ ਇਹਦੇ 'ਚ। ਤੇ ਇੰਪੈਕਟ ਤੁਸੀਂ ਮੰਨਦੇ ਹੋ ਕਿ ਪਊਗਾ 24 ਦੇ ਵਿੱਚ? ਦੇਖੋ ਵੋਟਰ ਅੱਜ ਕੱਲ ਬਹੁਤ ਸਿਆਣਾ ਹੈ ਜੀ। ਲੋਕ ਸਭਾ ਦੀਆਂ ਚੋਣਾਂ ਵੇਲੇ ਹੋਰ ਤਰ੍ਹਾਂ ਵੋਟਰ ਸੋਚਦਾ ਹੈ, ਵਿਧਾਨ ਸਭਾ ਦੀਆਂ ਵੇਲੇ ਹੋਰ ਤਰ੍ਹਾਂ ਸੋਚਦਾ ਹੈ, ਜਦੋਂ ਪੰਚਾਇਤੀ ਜਾਂ ਗ੍ਰਾਮ ਸਭਾਵਾਂ ਦੀਆਂ ਹੁੰਦੀਆਂ ਨੇ ਉਦੋਂ ਹੋਰ ਤਰ੍ਹਾਂ ਸੋਚਿਆ ਜਾਂਦਾ ਹੈ, ਜਦੋਂ MC ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਹੋਰ ਤਰ੍ਹਾਂ ਸੋਚਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਹਰ ਚੋਣ ਦਾ ਇੱਕ ਵੱਖਰਾ ਏਜੰਡਾ ਹੁੰਦਾ ਹੈ, ਔਰ ਉਸ ਏਜੰਡੇ ਮੁਤਾਬਕ ਹੀ ਜਿਹੜਾ ਭਾਰਤ ਦਾ ਵੋਟਰ ਹੈ ਉਹ ਆਪਣੀ ਵੋਟ ਦਿੰਦਾ ਹੈ। ਬਹੁਤ ਸਿਆਣਾ ਵੋਟਰ ਹੈ। ਇਸ ਕਰਕੇ ਜੇਕਰ ਇੰਡੀਆ, ਮੈਂ ਫੇਰ ਕਹਾਂਗਾ, ਜੇਕਰ ਇੰਡੀਆ ਦੀਆਂ 26 ਪਾਰਟੀਆਂ ਇਕੱਠੀਆਂ ਹੋ ਕੇ ਲੜਦੀਆਂ ਨੇ ਤਾਂ ਕੋਈ ਤਾਕਤ ਨਹੀਂ ਹੈ ਕਿ ਇਹਨਾਂ ਨੂੰ ਹਰਾ ਸਕੇ। ਸੋ ਇਸ ਕਰਕੇ ਉਮੀਦ ਹੈ ਕਿ ਜੇਕਰ ਇਹ 26 ਪਾਰਟੀਆਂ ਇਕੱਠੀਆਂ ਹੋ ਕੇ ਇੱਕ ਏਜੰਡੇ ਨੂੰ ਲੈ ਕੇ, ਕਿ ਇੱਕੋ ਹੀ ਏਜੰਡਾ, ਕਿ ਅਸੀਂ ਥੋੜੀਆਂ ਬਹੁਤ ਆਪਣਾ ਸੈਕਰੀਫਾਈ ਕਰਕੇ, ਜੇਕਰ ਵੋਟ ਪ੍ਰਤੀਸ਼ਤ ਜਾਂ ਜਿਹੜੇ ਸੀਟਾਂ ਦੀ ਵੰਡ ਹੈ ਇੱਧਰ ਉੱਧਰ ਮਾੜੀ ਮੋਟੀ ਹੁੰਦੀ ਹੈ, ਉਹਦਾ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਸੋ ਮੁੱਖ ਏਜੰਡਾ ਇੱਕੋ ਹੀ ਹੋਣਾ ਚਾਹੀਦਾ ਕਿ ਮੋਦੀ ਸਾਹਿਬ ਨੂੰ ਜਾਂ ਖਾਸ ਤੌਰ ਤੇ BJP ਨੂੰ ਕਿਵੇਂ ਹਰਾਉਣਾ ਹੈ, ਸੱਤਾ ਤੋਂ ਕਿਵੇਂ ਪਾਸੇ ਕਰਨਾ ਹੈ 24 ਦੇ ਵਿੱਚ। ਇਹ ਜੇਕਰ ਏਜੰਡਾ ਲੈ ਕੇ ਚੱਲਦੀਆਂ ਨੇ ਪਾਰਟੀਆਂ ਇਹ 26 ਦੀਆਂ, ਤਾਂ ਮੈਂ ਫੇਰ ਕਹਾਂਗਾ ਕਿ ਕੋਈ ਵੀ ਤਾਕਤ ਇਹਨਾਂ ਨੂੰ ਨਹੀਂ ਹਰਾ ਸਕਦੀ। ਇਹ ਇੰਡੀਆ ਜਿੱਤੇਗਾ ਹੀ ਜਿੱਤੇਗਾ। ਸੋ ਉਮੀਦ ਹੈ ਕਿ ਪਾਰਟੀਆਂ ਇੱਕ ਵੱਡੀ ਸੋਚ ਨੂੰ ਲੈ ਕੇ ਆਪਣੇ ਛੋਟੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਨੂੰ ਪਰੇ ਰੱਖ ਕੇ ਵੱਡੇ ਏਜੰਡੇ ਦੇ ਲਈ ਲੜਨਗੀਆਂ ਇਹ, ਔਰ ਜਿੱਤ ਪ੍ਰਾਪਤ ਕਰਨਗੀਆਂ। ਸੋ ਇਹੀ ਉਮੀਦ 24 ਦੀਆਂ ਚੋਣਾਂ ਲਈ, ਜਿਹੜੇ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ, ਇਹ ਸਾਨੂੰ ਰੱਖਣੀ ਚਾਹੀਦੀ ਹੈ। ਭੰਗੂ ਸਾਹਿਬ।
ਜੀ ਡਾਕਟਰ ਸਾਹਿਬ, ਸਰਕਾਰਾਂ ਬਦਲ ਜਾਂਦੀਆਂ ਨੇ ਪਰ ਸਿਸਟਮ ਸਾਰਾ ਉਹੀ ਰਹਿੰਦਾ, ਹਾਲਾਤ ਉਹੀ ਰਹਿੰਦੇ ਨੇ। ਦੇਖੋ, ਜਿਹੜਾ ਸਿਸਟਮ ਹੈ ਇਹ ਰਾਤੋਂ ਰਾਤ ਦੇਖੋ ਕੋਈ ਵੀ ਚਾਹੇ ਦੁਨੀਆ ਦੇ ਵਿੱਚ ਇਨਕਲਾਬ ਆਉਣ ਜਾਂ ਹੋਰ ਕੋਈ ਚੇਂਜ, ਇਹ ਕੋਈ ਜਾਦੂ ਦੀ ਛੜੀ ਵਾਂਗ ਨਹੀਂ ਚੱਲਦਾ ਹੁੰਦਾ ਕਿ ਕੋਈ ਰਾਤੋਂ ਰਾਤ ਕੋਈ ਏਦਾਂ ਜਾਦੂ ਮੰਤਰ ਕਰਤਾ ਔਰ ਅਗਲੇ ਦਿਨ ਸਾਰਾ ਕੁਝ ਠੀਕ ਠਾਕ ਹੋ ਜਾਂਦਾ ਹੈ। ਇਹ ਚੀਜ਼ਾਂ ਹੌਲੀ ਹੌਲੀ ਸਟਰਗਲ ਚੋਂ ਚੀਜ਼ਾਂ ਪੈਦਾ ਹੁੰਦੀਆਂ ਨੇ। ਸੱਤਾ ਜਿਹੜੀ ਆਪਾਂ ਕਹੀਏ ਵੀ ਜੇ ਮੈਂ ਕਹਾਂਗੇ ਕੁਝ ਨਹੀਂ ਬਦਲਦਾ, ਤਾਂ ਆਪਾਂ ਦੇਖਿਆ ਹੀ ਹੈ ਕਿ 75 ਸਾਲਾਂ ਦੇ ਵਿੱਚ ਜੇ ਆਪਾਂ ਅੱਜ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਤਾਂ ਬਹੁਤ ਕੁਝ ਬਦਲਿਆ ਹੈ। ਜੇ ਮੈਂ ਕਹਾਂਗਾ ਕਿ ਬਹੁਤ ਸਾਰਾ ਕੁਝ ਹੀ ਬਦਲ ਗਿਆ, ਉਹ ਵੀ ਗਲਤ ਹੈ। ਸੋ ਜੇ ਮੈਂ ਕਹਾਂਗਾ ਕਿ ਕੁਝ ਨਹੀਂ ਬਦਲਿਆ, ਉਹ ਵੀ ਗਲਤ ਹੈ। ਜਿਹੜਾ ਬਦਲਾਅ ਹੁੰਦਾ ਹੈ, ਜਿਹੜਾ ਮਾਨਸਿਕ ਬਦਲਾਅ ਹੈ ਲੋਕਾਂ ਦਾ, ਇਹ ਬਹੁਤ ਸਲੋਲੀ ਚੱਲਦਾ ਹੈ, ਬਹੁਤ ਹੌਲੀ 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 ਕਿਤੇ ਜਾ ਕੇ ਬਦਲਾਅ ਆਉਂਦੇ ਨੇ। ਸੋ ਉਮੀਦ ਹੈ ਕਿ ਜਿਹੜੇ ਬਦਲਾਅ ਹੋਣੇ ਚਾਹੀਦੇ ਨੇ, ਜਿਹੜੀ ਇੱਕ ਸੁਪਨੇ ਸਾਡੇ ਦੇਸ਼ ਭਗਤਾਂ ਨੇ ਲਏ ਸੀਗੇ, ਜਿਨ੍ਹਾਂ ਨੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜੇਲ੍ਹਾਂ ਕੱਟੀਆਂ, ਜੇਕਰ ਉਹਨਾਂ ਦੇ ਸੁਪਨਿਆਂ ਨੂੰ ਦੇਖਿਆ ਜਾਏ ਤਾਂ ਉਹ ਸੁਪਨਿਆਂ ਦਾ ਹਿੰਦੁਸਤਾਨ ਨਹੀਂ ਬਣਿਆ। ਪਰ ਇੱਕ ਗੱਲ ਜ਼ਰੂਰ ਹੈ ਕਿ ਬਦਲਾਅ ਜ਼ਰੂਰ ਆਇਆ, ਬਦਲਿਆ ਜ਼ਰੂਰ ਹੈ। ਜਿਸ ਕਿਸਮ ਦੇ ਹਾਲਾਤ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਸੀਗੇ, ਉਹਨਾਂ ਤੋਂ ਤਾਂ ਬਹੁਤ ਅਸੀਂ ਅੱਗੇ ਗਏ ਹਾਂ। ਪਰ ਉਹ ਸੁਪਨੇ ਜਿਹੜੇ ਭਾਰਤ ਦੇ ਲੋਕਾਂ ਨੇ ਲਏ ਸੀਗੇ, ਆਜ਼ਾਦੀ ਘੁਲਾਟੀਆਂ ਨੇ ਲਏ ਸੀਗੇ, ਉਹ ਸੁਪਨਿਆਂ ਦਾ ਭਾਰਤ ਹਜੇ ਜਾਂ ਉਹਨਾਂ ਸੁਪਨਿਆਂ ਦਾ ਪੰਜਾਬ ਜਿਹੜਾ ਹੈਗਾ ਜ਼ਰੂਰ ਹੌਲੀ ਹੌਲੀ ਬਣਨ ਦੀਆਂ ਸੰਭਾਵਨਾਵਾਂ ਨੇ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਦੇਖੋ ਕਿ ਬਦਲਾਅ ਕਿੱਥੋਂ ਆਉਣਾ, ਬਦਲਾਅ ਦੀ ਗੱਲ ਕਿੱਥੋਂ ਚੱਲਣੀ ਹੈ। ਸਿਆਸਤਦਾਨਾਂ ਨੇ ਤਾਂ ਸ਼ਹੀਦੀਆਂ ਵੇਚਤੀਆਂ, ਜਿਹਨਾਂ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਫਰੀਡਮ ਫਾਈਟਰ ਰਹੇ ਨੇ, ਉਹਨਾਂ ਨੇ ਤਾਂ ਸ਼ਹੀਦੀਆਂ ਵੇਚਤੀਆਂ ਉਹਨਾਂ ਦੀਆਂ। ਜੀ, ਉਹਦਾ ਕਾਰਨ ਇਹੀ ਹੈ ਕਿ ਜਦੋਂ ਲੋਕਾਂ ਨੂੰ ਲੱਗਿਆ ਕਿ ਇਹ ਜਿਹੜੇ ਸ਼ਹੀਦ ਨੇ, ਇਹਨਾਂ ਦਾ ਨਾਂ ਲੈ ਕੇ ਸਾਡਾ ਫਾਇਦਾ ਹੋ ਸਕਦਾ ਹੈ, ਔਰ ਉਹਨਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ, ਔਰ ਨਤੀਜਾ ਉਹਦਾ ਕੀ ਨਿਕਲਿਆ। ਨਤੀਜਾ ਆਪਾਂ ਅੱਜ ਵੀ ਮੈਂ ਉਹੀ ਗੱਲ ਕਹਾਂਗਾ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਉਹ ਸੁਪਨਿਆਂ ਦਾ ਸਾਡਾ ਮੁਲਕ ਨਹੀਂ ਬਣਿਆ, ਜਿਹੜਾ ਮੁਲਕ ਕਿਸੇ ਵੇਲੇ ਸਾਡੇ ਜਿਹੜੇ ਪੁਰਖਿਆਂ ਨੇ, ਸਾਡੇ ਸ਼ਹੀਦਾਂ ਨੇ ਉਹਦੀ ਤਵੱਕੋ ਕੀਤੀ ਸੀ, ਉਹਦਾ ਇੱਕ ਸੁਪਨਾ ਲਿਆ ਸੀਗਾ। ਸੋ ਤਾਂ ਹੀ ਹੋ ਗਿਆ ਕਿਉਂਕਿ ਸਾਡੇ ਰਾਜਨੀਤੀਵਾਨ ਜਿਹੜੇ ਸੀਗੇ ਉਹ ਚੰਗੇ ਨਹੀਂ ਮਿਲੇ ਸਾਨੂੰ। ਇੱਕ ਬਦਕਿਸਮਤੀ ਸਾਡੀ ਹਿੰਦੁਸਤਾਨ ਦੀ ਇਹੀ ਰਹੀ ਕਿ ਜਿਹੜੇ ਲੋਕਾਂ ਨੇ ਬਦਲਾਅ ਲਿਆਉਣੇ ਸੀ, ਵੱਡੀਆਂ ਚੇਂਜਿਸ ਕਰਨੀਆਂ ਸੀਗੀਆਂ, ਉਹ ਵੱਡੀਆਂ ਚੇਂਜਿਸ ਨਹੀਂ ਕਰ ਸਕੇ ਔਰ ਜਾਂ ਨਹੀਂ ਕੀਤੀਆਂ ਉਹਨਾਂ ਨੇ। ਖਾਸ ਤੌਰ ਤੇ ਜਿਹੜਾ ਜੇ ਆਪਾਂ ਪਿਛਲਾ 20-25 ਸਾਲਾਂ ਤੋਂ ਦੇਖਦੇ ਹਾਂ ਇਤਿਹਾਸ, ਪੰਜਾਬ ਦਾ ਦੇਖ ਲਓ, ਹਿੰਦੁਸਤਾਨ ਦਾ ਦੇਖ ਲਓ, ਤਾਂ ਉਹਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇਹ ਜਿਹੜੇ ਸਾਡੇ ਲੀਡਰ ਲੋਕ ਨੇ, ਇਹਨਾਂ ਨੇ ਮੁਲਕ ਨੂੰ ਜਿਹੜਾ ਹੈਗਾ ਵੇਚ ਕੇ, ਵੱਟ ਕੇ, ਔਰ ਖਾਸ ਤੌਰ ਤੇ ਅਡਾਨੀਆਂ ਬਾਨੀਆਂ ਨੂੰ ਜਾਂ ਟਾਟੇ ਬਿਰਲਿਆਂ ਨੂੰ ਉਹਨਾਂ ਨੂੰ ਲਈ ਗਹਿਣੇ ਰੱਖਤਾ। ਔਰ ਨਤੀਜਾ ਕੀ ਨਿਕਲਿਆ ਕਿ ਆਮ ਲੋਕ ਜਿਹੜੇ ਸੀਗੇ, ਗਰੀਬ ਲੋਕ, ਮਜ਼ਦੂਰ ਲੋਕ, ਛੋਟੇ ਕਿਸਾਨ, ਉਹ ਸਿਸਟਮ ਤੋਂ ਪਰੇ ਹੋ ਗਏ। ਔਰ ਪਰੇ ਹੋਣ ਦਾ ਨਤੀਜਾ ਇਹ ਨਿਕਲਿਆ ਕਿ ਗਰੀਬੀ ਦਾ ਪਾੜਾ ਲਗਾਤਾਰ ਵੱਧਦਾ ਗਿਆ ਔਰ ਅਮੀਰ ਲੋਕ ਹੋਰ ਅਮੀਰ ਹੁੰਦੇ ਗਏ। ਟਾਟੇ ਬਿਰਲੇ, ਅਡਾਨੀ ਅੰਬਾਨੀ ਪੈਦਾ ਹੋ ਗਏ ਔਰ ਉਹਨਾਂ ਨੂੰ ਫਾਇਦੇ ਪਹੁੰਚਾਉਣ ਦੀ ਕੋਸ਼ਿਸ਼ ਇਹਨਾਂ ਲੋਕਾਂ ਨੇ, ਇਹਨਾਂ ਜਿਹੜੇ ਵਿਕੇ ਹੋਏ ਜਿਹੜੇ ਲੀਡਰ ਸੀਗੇ, ਜਿਹੜੇ ਕਰਪਟ ਲੀਡਰ ਸੀਗੇ, ਉਹਨਾਂ ਨੇ ਉਹਨਾਂ ਨੂੰ ਹਮੇਸ਼ਾ ਬਚਾਇਆ। ਔਰ ਨਤੀਜਾ ਕੀ ਹੋਇਆ ਕਿ ਅਰਬਾਂ ਕਰੋੜਾਂ ਰੁਪਈਆ ਉਹਨਾਂ ਦੇ ਖਾਤਿਆਂ 'ਚ ਚਲਾ ਗਿਆ ਔਰ ਆਮ ਲੋਕਾਂ ਦੇ ਘਰਾਂ 'ਚ, ਖਾਤਿਆਂ ਦੇ ਵਿੱਚ ਗਰੀਬੀ ਆ ਗਈ। ਔਰ ਨਤੀਜਾ ਆਪਾਂ ਸਾਰੇ ਦੇਖਦੇ ਹਾਂ ਕਿ ਅੱਜ ਹਿੰਦੁਸਤਾਨ ਮੁਲਕ ਜਿਹੜਾ ਹੈਗਾ ਪੂਰੀ ਦੁਨੀਆ ਦੇ ਗਰੀਬ ਮੁਲਕਾਂ 'ਚ, ਹਾਲਾਂਕਿ ਉਹ ਕਹਿੰਦੇ ਜ਼ਰੂਰ ਨੇ ਮੋਦੀ ਸਾਹਿਬ ਕਿ ਅਸੀਂ 5ਵੇਂ ਨੰਬਰ ਦੀ ਇਕੋਨਮੀ ਬਣ ਗਏ, ਅਸੀਂ ਸ਼ਾਈਨਿੰਗ ਇੰਡੀਆ, ਅਸੀਂ ਫਲਾਣਾ ਇੰਡੀਆ ਬਣ ਗਏ, ਪਰ ਹਕੀਕਤ ਇਹੀ ਹੈ ਕਿ ਮੁਲਕ ਜਿਹੜਾ ਹੈਗਾ ਹੋਰ ਗਰੀਬ ਜਿਹੜਾ ਹੈਗਾ ਹੁੰਦਾ ਜਾ ਰਿਹਾ ਹੈ। ਚਾਹੇ ਉਹ ਭੁੱਖਮਰੀ 'ਚ ਦੇਖ ਲਓ, ਚਾਹੇ ਕਿਸੇ ਹੋਰ ਤੁਸੀਂ ਅੰਕੜੇ ਕਦੇ ਦੇਖ ਲਓ, ਗਰੀਬੀ 'ਚ ਦੇਖ ਲਓ। ਸੋ ਲਗਾਤਾਰ ਸਾਡੇ ਆਮ ਲੋਕ ਜਿਹੜੇ ਨੇ ਉਹ ਗਰੀਬ ਹੁੰਦੇ ਜਾ ਰਹੇ ਨੇ, ਪਰ ਕੋਈ ਇੱਕ ਤਬਕਾ ਜਿਹੜਾ ਹੈਗਾ ਉਹ ਅਮੀਰ ਤੇ ਹੋਰ ਅਮੀਰ ਹੋ ਰਿਹਾ ਔਰ ਨਤੀਜਾ ਜਿਹੜਾ ਹੈਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਭੰਗੂ ਸਾਹਿਬ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਹਾਂ, ਸ਼ੁਕਰੀਆ, ਧੰਨਵਾਦ ਸਰ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭਿੰਦਰ ਸਾਹਿਬ। ਤੁਸੀਂ ਆਪਣੇ ਵਿਚਾਰ ਸਾਨੂੰ ਫੀਡਬੈਕ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ। ਧੰਨਵਾਦ।